ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਦੇ ਸਨਮੁਖ ਇਹ ਸ਼ਲੋਕ ਜੋ ਕਿ ਪੱਟਾਂ ਦੇ ਸਵਈਆਂ ਦੇ ਅੰਦਰ ਦਰਜ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਭਾਤ ਖਾਹੇ ਜੀਓ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ਼ ਬਮ ਗਿਆਨ ਧਿਆਨ ਤਰਤ ਹੀਏ ਚਾਹੇ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਇਹ ਜੋ ਸ਼ਲੋਕ ਹੈ ਗੁਰੂ ਪਿਆਰੀ ਸਾਧ ਸੰਗਤ, ਇਹ ਪੱਟਾਂ ਨੇ ਗੁਰੂ ਸਾਹਿਬ ਦੀ ਉਸਤਤੀ ਦੇ ਵਿੱਚ ਉਚਾਰਨ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕਾਂ ਦੇ ਉੱਤੇ ਸਵਾਇਮਾਨ ਹੈ। ਇਸ ਦਾ ਇੱਕ ਪਿਛੋਕੜ ਹੈ ਕਿ ਭੱਟ ਗੁਰੂ ਸਾਹਿਬ ਦੇ ਕੋਲ, ਪੰਜਵੇਂ ਪਾਤਸ਼ਾਹੀ ਦੇ ਕੋਲ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਜਦੋਂ ਹਾਜ਼ਰ ਹੋਏ ਸਨ, ਇਹ 17 ਪੱਟ ਸਨ। ਗੁਰੂ ਪਿਆਰੀ ਸਾਧ ਸੰਗਤ 11 ਪੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਪਰ ਇਹ ਸਨ 17। ਇਹ ਦੇ ਦਿਸ਼ਾਂਤਰਾਂ ਦੇ ਵਿੱਚ ਰਟਨ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਸਨ, ਕਿਉਂਕਿ ਇਹਨਾਂ ਦਾ ਮਨ ਅਸ਼ਾਂਤ ਸੀ। ਇਸ ਅਸ਼ਾਂਤੀ ਦਾ ਕਾਰਨ ਪਿਛੋਕੜ ਦੇ ਇਤਿਹਾਸ ਵੱਲ ਜਾਈਏ ਤੇ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਹੈ ਕਿ ਵਿਸ਼ਨੂੰ ਭਗਵਾਨ ਇੱਕ ਵਾਰ ਬ੍ਰਹਮ ਲੋਕ ਦੇ ਵਿੱਚ ਆਏ। ਬ੍ਰਹਮ ਲੋਕ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਬ੍ਰਹਮਾ ਮੇਰੇ ਸਤਿਕਾਰ ਦੇ ਵਿੱਚ ਉੱਠ ਕੇ ਖੜਾ ਨਹੀਂ ਹੋਇਆ, ਉਸ ਨੂੰ ਅਵਮਾਨ ਹੋ ਗਿਆ ਹੈ ਕਿ ਮੈਂ ਬਹੁਤ ਗਿਆਨਵਾਨ ਹਾਂ। ਪਰ ਬਾਣੀ ਆਖਦੀ ਹੈ ਕਿ ਜੋ ਬ੍ਰਹਮਾ ਹਨ, ਇਹ ਵਿਸ਼ਨੂੰ ਭਗਵਾਨ ਦੀ ਨਾਭੀ ਕਮਲ ਦੇ ਵਿੱਚੋਂ ਪੈਦਾ ਹੋਏ ਹਨ। ਬਾਣੀ ਦਾ ਫਰਮਾਨ ਹੈ, ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜੈ ਮੁਕੁੰਡ ਸਵਾਰ, ਤਾਂ ਕਾ ਅੰਤ ਨ ਜਾਈ ਲਖਣਾ, ਆਵਤ ਜਾਤ ਰਹੇ ਗਵਾਰ। ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰ, ਤਾਂ ਕੀ ਭਗਤ ਕਰੇ ਜਨ ਪੂਰੇ, ਮੁੰਝਨ ਸੇਵੇ ਗੁਰ ਵਿਚਾਰ ਰਹਾਓ। ਰਬ ਸਸ ਦੀਪਕ ਜਾਗੇ ਤ੍ਰੈ ਭਵਨ, ਏਕੀ ਜੋਤ ਮਰਾਰ, ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਸਾਧ ਸਮਾਧ ਕਰੀ ਨੇ ਚਕਰਿਆ ਦੁਲ, ਲੋਚਨ ਕਿਆ ਹੀਰੈ, ਅੰਤਰ ਜੋਤ ਸ਼ਬਦ ਤੁਨ ਜਾਗੈ, ਸਤਿਗੁਰ ਚਗਨ ਨਵੀਰੈ। ਸੁਰ ਨਰ ਨਾਥ ਬੇਅੰਤ ਅਜੋਨੀ, ਸਾਚੇ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੇ ਨਿਸਤਾਰਾ। ਇਹ ਸ਼ਲੋਕ ਦਰਸਾਉਂਦਾ ਹੈ ਕਿ ਨਾਭੀ ਕਮਲ ਦੇ ਵਿੱਚੋਂ ਉਹ ਜੋ ਬ੍ਰਹਮਾ ਹੈ, ਉਸ ਦੀ ਉਤਪਤੀ ਹੋਈ ਹੈ ਤੇ ਚਾਰੇ ਵੇਦਾਂ ਨੂੰ ਪੜ੍ਹ ਰਿਹਾ ਹੈ, ਜੋ ਕਿ ਭਗਵਾਨ ਦੀ ਦੇਣ ਹੈ। ਜਦੋਂ ਉਹ ਬ੍ਰਹਮਾ ਉੱਠ ਕੇ ਸਤਿਕਾਰ ਦੇ ਵਿੱਚ ਖੜਾ ਨਹੀਂ ਹੋਇਆ ਤੇ ਵਿਸ਼ਨੂੰ ਭਗਵਾਨ ਨੇ ਸਰਾਪ ਦਿੱਤਾ ਕਿ ਜਾਓ, ਜਾ ਕੇ ਦੇਹ ਦਿਸ਼ਾਂਤਰਾਂ ਦੇ ਵਿੱਚ ਰਟਨ ਕਰੋ ਤੇ ਜਾ ਕੇ ਤੁਸੀਂ ਸ਼ਾਂਤੀ ਲੱਭੋਗੇ, ਪਰ ਸ਼ਾਂਤੀ ਤੁਹਾਨੂੰ ਲੱਭੇਗੀ ਨਹੀਂ। ਜਦੋਂ ਇਹ ਸਰਾਪ ਹੋਇਆ ਤੇ ਬ੍ਰਹਮਾ ਹੱਥ ਜੋੜ ਕੇ ਉੱਠ ਕੇ ਖੜੇ ਹੋ ਗਏ ਤੇ ਕਿਹਾ ਕਿ ਮਹਾਰਾਜ ਭੁੱਲ ਹੋ ਗਈ ਹੈ, ਬਖਸ਼ ਲਵੋ। ਤਾਂ ਉਸ ਵੇਲੇ ਵਿਸ਼ਨੂੰ ਭਗਵਾਨ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਕਲਯੁਗ ਦੇ ਵਿੱਚ ਆਉਣਗੇ, ਗੁਰੂ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਹੋਣਗੇ, ਉਹਨਾਂ ਦੇ ਪਾਸ ਤੁਸੀਂ ਜਾਣਾ, ਉਹਨਾਂ ਦੇ ਕੋਲੋਂ ਜਾ ਕੇ ਮਾਫੀ ਮੰਗਣੀ, ਉਹਨਾਂ ਦੀ ਉਸਤਤੀ ਕਰਨੀ। ਜੋ ਜੋ ਤੁਸੀਂ ਉਸਤਤੀ ਕਰਦੇ ਜਾਓਗੇ, ਤਿਉਂ ਤਿਉਂ ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ। ਇਹ ਉਦੋਂ ਦਾ ਸਰਾਪ ਹੋਇਆ ਸੀ, ਨਾਲ ਬਾਹਰ ਮਿਲ ਗਿਆ ਕਿ ਉਹਨਾਂ ਦੀ ਉਸਤਤੀ ਦੇ ਵਿੱਚ ਤੁਹਾਡਾ ਮਨ ਲੱਗੇਗਾ, ਤਦੋਂ ਤੁਹਾਨੂੰ ਸ਼ਾਂਤੀ ਆਵੇਗੀ। ਪਿਆਰੀ ਸਾਧ ਸੰਗਤ, ਇਹ ਜੋ ਸ਼ਲੋਕ ਹੈ ਪੱਟਾਂ ਦੇ ਸਵਈਏ, ਇਹ ਗੁਰੂ ਸਾਹਿਬਾਂ ਦੀ ਉਸਤਤੀ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ। ਤੇ ਉਹਨਾਂ ਦੇ ਸ਼ਲੋਕਾਂ ਦੇ ਅੰਦਰ ਹੀ ਭਗਵਾਨ ਕ੍ਰਿਸ਼ਨ ਦੀ ਉਸਤਤੀ ਦੇ ਵਿੱਚ ਇਹ ਸ਼ਲੋਕ ਹੈ
ਕਮਲ ਨੈਣ ਮਦਰ ਵੈਨ ਕੂਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਪਾਤ ਖਾਹੀ ਜੀਓ। ਕਿ ਤੇਰੇ ਕਮਲ ਵਰਗੇ ਨੈਣ ਹਨ, ਮਦਰ ਵੈਨ ਤੇਰੀ ਬਾਣੀ ਬਹੁਤ ਮਿੱਠੀ ਹੈ, ਕੋਟ ਸੈਨ ਕਰੋੜਾਂ ਤੇਰੇ ਨਾਲ ਸੈਨਾ ਹੈ, ਸੰਗ ਸੋਭ ਕਹਿਤ ਮਾਂ ਜਸ਼ੋਦ ਜਿਸੈ ਦਹੀਂ ਪਾਤ ਖਾਹੀ ਜੀਓ। ਤੈਨੂੰ ਯਸ਼ੋਦਾ ਮਾਤਾ ਪ੍ਰੇਮ ਦੇ ਨਾਲ ਮੱਖਣ ਤੇ ਕਲੀਵਾ ਖਿਲਾਉਂਦੀ ਹੈ, ਉਸ ਦੇ ਨਾਲ ਤੂੰ ਪ੍ਰਸੰਨ ਹੁੰਦਾ ਹੈ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ਼ ਬ੍ਰਹਮ ਗਿਆਨ ਧਿਆਨ ਤਰਤ ਹੀ ਇਹ ਚਾਹੇ ਜੀਓ। ਜੋ ਕਾਲ ਦੀ ਕਲਮ ਚੱਲਦੀ ਹੈ, ਕਾਲ ਕਲਮ ਹੁਕਮ ਹਾਥ ਤੇਰੇ ਹੁਕਮ ਦੇ ਵਿੱਚ ਹੈ, ਕਹੋ ਕੌਣ ਮੇਟ ਸਕੇ, ਕੋਈ ਵੀ ਉਸ ਨੂੰ ਮਿਟਾ ਨਹੀਂ ਸਕਦਾ। ਈਸ਼ ਬ੍ਰਹਮ ਗਿਆਨ ਧਿਆਨ ਤਰਤ ਹੀ ਇਹ ਚਾਹੇ ਜੀਓ। ਈਸ਼ ਸ਼ਿਵ ਤੇ ਬ੍ਰਹਮ ਬ੍ਰਹਮਾ ਦੋਨੋਂ ਹੀ ਤੇਰੀ ਉਸਤਤੀ ਉਚਾਰਨ ਕਰਦੇ ਹਨ, ਪਰ ਉਸਤਤੀ ਕਰਦੇ ਕਰਦੇ ਉਹ ਥੱਕਦੇ ਨਹੀਂ ਤੇ ਧਿਆਨ ਦੇ ਵਿੱਚ ਤੈਨੂੰ ਬਾਰ-ਬਾਰ ਆਪਣੇ ਨਮਸਕਾਰ ਕਰਦੇ ਹਨ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਤੂੰ ਸਤ ਰੂਪ ਹੈ, ਜਿਹਦਾ ਤਿੰਨ ਕਾਲਾਂ ਦੇ ਵਿੱਚ ਨਾਸ ਨਾ ਹੋਵੇ ਉਹ ਸਤ ਹੁੰਦਾ ਹੈ। ਤੂੰ ਐਸਾ ਸਤ ਰੂਪ ਹੈ ਕਿ ਤੇਰੇ ਬਰਾਬਰ ਦਾ ਕੋਈ ਸੱਚ ਨਹੀਂ। ਸ਼੍ਰੀ ਨਿਵਾਸ ਤੇਰੇ ਚਰਨ ਕਮਲਾਂ ਦੇ ਵਿੱਚ ਉਸ ਸ਼੍ਰੀ ਨੇ, ਉਸ ਲਕਸ਼ਮੀ ਨੇ ਨਿਵਾਸ ਲਿਆ ਹੋਇਆ ਹੈ, ਉਹ ਤੇਰੇ ਚਰਨਾਂ ਦੀ ਦਾਸੀ ਹੈ। ਆਦਿ ਪੁਰਖ ਸਦਾ ਤੂੰ ਹੀ, ਸਾਰਿਆਂ ਤੋਂ ਆਦਿ ਪੁਰਖ ਤੂੰ ਹੈ, ਸਭ ਤੋਂ ਪਹਿਲਾਂ ਦਾ ਤੂੰ ਹੈ, ਤੇਰੇ ਤੋਂ ਪਹਿਲਾਂ ਕੁਛ ਵੀ ਨਹੀਂ ਸੀ। ਬਾਣੀ ਆਖਦੀ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਹਿਲਾਂ ਵੀ ਤੂੰ ਸੱਚ ਸੀ, ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਤੂੰ ਸੱਚ ਹੋਵੇਗਾ। ਐਸਾ ਜੋ ਪਰਮਾਤਮਾ ਹੈ, ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਤੂੰ ਆਦਿ ਪੁਰਖ ਹੈ, ਤੂੰ ਸਭ ਤੋਂ ਪਹਿਲਾਂ ਦਾ ਪੁਰਖ ਹੈ। ਬਾਕੀ ਸਾਰੀਆਂ ਨਾਰੀਆਂ ਹਨ, ਤੂੰ ਇੱਕੋ ਪੁਰਖ ਹੈ। ਇੱਕ ਪੁਰਖ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਨੂੰ ਸੰਚਾਲਨ ਕਰ ਰਿਹਾ ਹੈ, ਸਾਰਿਆਂ ਦੇ ਵਿੱਚ ਉਸ ਦੀ ਪ੍ਰੇਮਾ ਭਗਤੀ ਹੈ, ਸਾਰਿਆਂ ਦਾ ਉਹ ਪ੍ਰੇਰਕ ਹੈ, ਸਾਰਿਆਂ ਦਾ ਉਹ ਬੋਧ ਰੂਪ ਹੈ। ਉਸ ਬੋਧ ਨੂੰ ਜਾਣ ਕੇ, ਉਸ ਵਿੱਚ ਪ੍ਰਵਿਰਤ ਹੋ ਕੇ ਉਸ ਨੂੰ ਜਾਣਿਆ ਜਾ ਸਕਦਾ ਹੈ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਸਦਾ ਤੂੰ ਹੈ, ਤੂੰ ਹੀ ਰਹਿਣ ਵਾਲਾ ਹੈ, ਬਾਕੀ ਸਭ ਛਿਣ ਭੰਗਰ ਹੈ। ਬਾਣੀ ਆਖਦੀ ਹੈ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਤੂੰ ਹੀ ਤਿੰਨਾਂ ਕਾਲਾਂ ਦੇ ਵਿੱਚ ਸਤ ਹੈ, ਭੂਤ ਭਵਿਸ਼ ਤੇ ਵਰਤਮਾਨ ਦੇ ਵਿੱਚ ਤੂੰ ਹੀ ਹੈ, ਤੂੰ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਅਰਬਦ ਨਰਬਦ ਧੁੰਦੂਕਾਰਾ, ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਤੂੰ ਸੀ, ਹੁਣ ਵੀ ਤੂੰ ਹੈ ਤੇ ਜਦੋਂ ਕੁਛ ਨਹੀਂ ਰਹੇਗਾ ਫਿਰ ਵੀ ਤੂੰ ਹੀ ਹੋਵੇਗਾ। ਸੋ ਐਸੇ ਪ੍ਰਭੂ ਨੂੰ ਆਪਣੀ ਜੀਵਾ ਦੇ ਦੁਆਰਾ ਜਪ ਕੇ ਆਪਣਾ ਕਲਿਆਣ ਹੁੰਦਾ ਹੈ। ਜਦੋਂ ਭੱਟਾਂ ਨੇ ਇਹ ਸਵਈਏ ਸਾਰੇ ਉਚਾਰਨ ਕੀਤੇ ਸਨ ਤਾਂ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨਤਾ ਦੇ ਘਰ ਦੇ ਵਿੱਚ ਆ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸੀ ਕਿ ਜਾਓ ਭੱਟੋ, ਤੁਹਾਨੂੰ ਸ਼ਾਂਤੀ ਪ੍ਰਤੀਤ ਹੋਵੇ, ਸੁੱਖ ਹੋਵੇ। ਜਦੋਂ ਇਹ ਮੁਕਤ ਵਚਨ ਹੋਏ ਤਾਂ ਪਿਆਰੀ ਸਾਧ ਸੰਗਤ, ਉਹ ਭੱਟਾਂ ਨੂੰ ਸ਼ਾਂਤੀ ਮਿਲੀ, ਸੁੱਖ ਮਿਲਿਆ, ਜੋ ਭ੍ਰਾਂਤੀ ਲੱਗੀ ਹੋਈ ਸੀ ਉਹ ਖਤਮ ਹੋ ਗਈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟਹਿ ਪਏ। ਜਿਹੜੀ ਉਸਤਤੀ ਦੇ ਵਿੱਚ ਉਹਨਾਂ ਨੇ ਸ਼ਲੋਕ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹੀ ਭੱਟਾਂ ਦੇ ਸਵਈਆਂ ਦੀ ਬਾਣੀ ਦਰਜ ਹੈ, ਜਿਹੜੇ ਕਿ ਕਈ ਭਾਸ਼ਾਵਾਂ ਦੇ ਵਿੱਚ ਦਰਜ ਹੈ। ਬਹੁਤ ਸਾਰੀਆਂ ਭਾਸ਼ਾਵਾਂ ਹਨ
ਪਿਆਰੀ ਸਾਧ ਸੰਗਤ, ਜਿਹੜੇ ਅੱਖਰ ਇਸ ਪੱਟਾਂ ਦੇ ਸਵਈਆਂ ਦੇ ਵਿੱਚ ਦਰਜ ਹਨ, ਕੋਈ ਸੰਸਕ੍ਰਿਤ ਹੈ, ਕੋਈ ਫਾਰਸੀ ਹੈ, ਕੋਈ ਉਰਦੂ ਹੈ, ਕੋਈ ਹਿੰਦੀ ਹੈ, ਕੋਈ ਗੁਰਮੁਖੀ ਹੈ, ਇਹ ਸਾਰਿਆਂ ਦਾ ਸਮਿਲਿਤ ਰੂਪ ਹੈ ਜਿਸ ਨੂੰ ਪੱਟਾਂ ਦੇ ਸਵਈਆਂ ਦੀ ਬਾਣੀ ਆਖਿਆ ਜਾਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਕੋਲੋਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਕੀਤੀ ਤੇ ਪੱਟਾਂ ਦੇ ਸਵਈਆਂ ਦੇ ਸਰਲੇਖ ਦੇ ਅੰਦਰ ਇਹ ਸ਼ੋਭਨੀਕ ਹੈ, ਜੋ ਕਿ ਚਾਰੇ ਯੁੱਗਾਂ ਦੇ ਅਵਤਾਰਾਂ ਦਾ ਵਰਣਨ ਹੈ। ਜਿਸ ਤਰ੍ਹਾਂ ਬਾਣੀ ਆਖਦੀ ਹੈ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਯੁੱਗਾਂ ਯੁੱਗਾਂ ਦੇ ਵਿੱਚ ਪ੍ਰਗਟ ਹੁੰਦਾ ਹੈ, ਆਪਣੇ ਭਗਤਾਂ ਦੀ ਆਪ ਲਾਜ ਰੱਖਦਾ ਹੈ। ਸੋ ਪਿਆਰੀ ਸਾਧ ਸੰਗਤ, ਐਸੇ ਗੁਰੂ ਤੋਂ, ਐਸੇ ਸਤਿਗੁਰੂ ਤੋਂ ਬਲਿਹਾਰ ਜਾਈਏ, ਅਸੀਂ ਵੀ ਉਹਨਾਂ ਦੀ ਉਸਤਤੀ ਦੇ ਵਿੱਚ ਜੁੜੀਏ। ਸਾਡੇ ਜੋ ਮਨ ਅਸ਼ਾਂਤ ਹਨ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋਵੇ ਤੇ ਸੁੱਖ ਆਨੰਦ ਦੇ ਵਿੱਚ ਅਸੀਂ ਰਹੀਏ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।